ਕਿਰਪਾ ਕਰਦੇ ਹਨ, ਸਮਝਾਉਣਾ ਕਰਦੇ ਹਨ। ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਸੱਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਹੈ, ਜਿਨ ਪੂਰਾ ਗੁਰ ਮਿਹਰਬਾਨ। ਸੋ ਸਤਿਗੁਰੂ ਇਸ ਮਾਘ ਮਹੀਨੇ ਰਾਹੀਂ ਮਨੁੱਖ ਨੂੰ ਜੋ ਸਮਝਾਉਣਾ ਕਰਦੇ ਹਨ ਕਿ ਭਾਈ ਜੋ ਸੁੱਚਾ ਹੋਣ ਦੀ ਜੁਗਤੀ ਦੱਸੀ, ਜੇ ਕਿਸੇ ਨੇ ਪਾਤਸ਼ਾਹ ਕਹਿੰਦੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਕਿਸੇ ਇੱਕ ਪੰਕਤੀ ਵਿੱਚ ਬਿਆਨ ਕਰਨੀ ਹੋਵੇ ਤਾਂ ਕਹਿੰਦੇ ਬਸ ਮਨੁੱਖ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੈ ਕਿ ਮੈਂ ਅੰਦਰੋਂ ਸੁੱਚਾ ਕਿਵੇਂ ਹੋਵਾਂ, ਉਸ ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਕਿਵੇਂ ਹੋਇਆ ਜਾਵੇ। ਔਰ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘਾਲਣਾ ਜਾਂ ਉਸ ਦੀ ਮੰਜ਼ਿਲ ਹਜ਼ੂਰ ਨੇ ਇੱਕੋ ਪਵਿੱਤਰ ਬਚਨ ਵਿੱਚ ਕਹੀ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿ ਅਸੀਂ ਸਚਿਆਰੇ ਕਿਵੇਂ ਬਣ ਸਕਦੇ ਹਾਂ, ਕਿਵੇਂ ਕੂੜ ਦੀ ਪਾਲ ਨੂੰ ਤੋੜਿਆ ਜਾ ਸਕਦਾ ਹੈ ਜੋ ਇਨਸਾਨ ਤੇ ਭਗਵਾਨ ਦੇ ਵਿੱਚ ਇੱਕ ਪਰਦਾ ਹੈ। ਅਸੀਂ ਆਮ ਦੁਨੀਆ ਮਾਘ ਦੇ ਮਹੀਨੇ ਵਿੱਚ ਤੀਰਥਾਂ ਦੇ ਇਸ਼ਨਾਨ ਨੂੰ ਬਹੁਤ ਉੱਤਮ ਸਮਝਦੀ ਹੈ, ਪਰ ਗੁਰੂ ਪਿਆਰਿਓ ਜਿਹੜਾ ਉਹ ਇਸ਼ਨਾਨ ਹੈ ਉਹ ਸਿਰਫ ਤਨ ਦਾ ਇਸ਼ਨਾਨ ਹੈ। ਸਤਿਗੁਰੂ ਮਨ ਦੇ ਇਸ਼ਨਾਨ ਦੀ ਗੱਲ ਕਰਦੇ ਹਨ ਕਿ ਮਨ ਦਾ ਇਸ਼ਨਾਨ ਵੀ ਬਹੁਤ ਜ਼ਰੂਰੀ ਹੈ। ਤਨ ਦਾ ਇਸ਼ਨਾਨ ਜਿੱਥੇ ਜ਼ਰੂਰੀ ਹੈ ਕਾਇਆ ਨੂੰ ਸੋਧਣ ਵਾਸਤੇ, ਉੱਥੇ ਮਨ ਦਾ ਇਸ਼ਨਾਨ ਵੀ ਜ਼ਰੂਰੀ ਹੈ। ਜਿਹੜਾ ਤਨ ਦਾ ਇਸ਼ਨਾਨ ਹੈ ਉਹ ਪਾਣੀ ਨਾਲ ਕੀਤਾ ਜਾਂਦਾ ਹੈ, ਪਰ ਜਿਹੜਾ ਮਨ ਦਾ ਇਸ਼ਨਾਨ ਹੈ ਉਹ ਗੁਰਬਾਣੀ ਦੇ ਨਾਲ ਕੀਤਾ ਜਾਂਦਾ ਹੈ। ਜਿਵੇਂ ਤਨ ਦੇ ਮੈਲ ਲਾਉਣ ਵਾਸਤੇ ਪਾਣੀ ਦੀ, ਸਾਬਣ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਮਨ ਦੀ ਮੈਲ ਲਾਉਣ ਵਾਸਤੇ, ਮਨ ਨੂੰ ਸੁੱਚਾ ਕਰਨ ਵਾਸਤੇ, ਮਨ ਨੂੰ ਸਾਫ਼ ਕਰਨ ਵਾਸਤੇ ਗੁਰਬਾਣੀ ਦੀ, ਗੁਰੂ ਦੇ ਗਿਆਨ ਦੀ ਜ਼ਰੂਰਤ ਹੈ। ਸਤਿਗੁਰੂ ਕਹਿੰਦੇ ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਕਿ ਪਹਿਲਾਂ ਕਹਿਣ ਲੱਗੇ ਕਿ ਜੇ ਮੰਜਨ ਕਰਨਾ ਹੈ ਤਾਂ ਗੁਰਮੁਖਾਂ ਦੀ, ਗੁਰੂ ਦੇ ਪਿਆਰਿਆਂ ਦੀ, ਗੁਰੂ ਨਾਲ ਜੁੜਿਆ ਹੋਇਆਂ ਦੀ, ਉਸ ਪਰਮੇਸ਼ਵਰ ਨਾਲ ਜੁੜਿਆ ਹੋਇਆਂ ਦੀ ਸੰਗਤ ਕਰੇ, ਸੰਗਤ ਵਿੱਚੋਂ ਗਿਆਨ ਪ੍ਰਾਪਤ ਕਰੇ। ਅਸਲ ਮੰਜ਼ਿਲ ਕੀ ਹੈ? ਕਹਿਣ ਲੱਗੇ ਸਵਾਲ ਤਾਂ ਹੈ ਜੇਕਰ ਤੂੰ ਉਹਨਾਂ ਦੀ ਸੰਗਤ ਵੀ ਕਰੇ, ਸੰਗਤ ਕਰਕੇ ਤੇਰੇ ਮਨ ਦੇ ਵਿੱਚ ਕੋਈ ਹਉਮੈ ਨਾ ਹੋਵੇ, ਗੁਰੂ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਗਿਆਨ ਨੂੰ ਹਾਸਲ ਕਰਕੇ ਤੇਰੇ ਮਨ ਵਿੱਚ ਕੋਈ ਹਉਮੈ ਨਾ ਹੋਵੇ, ਕੋਈ ਲੋਭ ਨਾ ਹੋਵੇ, ਕਿਸੇ ਪ੍ਰਤੀ ਕੋਈ ਬੁਰੀ ਭਾਵਨਾ ਨਾ ਹੋਵੇ। ਕਹਿਣ ਲੱਗੇ ਜੇ ਤੂੰ ਉਹਨਾਂ ਦੀ ਸੰਗਤ ਵੀ ਵਿੱਚ ਕਰੇ, ਸੰਗਤ ਵਿੱਚ ਜਾਵੇਂ, ਸੰਗਤ ਕਰੇ, ਤੇ ਸਤਿਗੁਰਾਂ ਨੇ ਜੋ ਅੱਗੇ ਸ਼ਬਦ ਬਖਸ਼ਿਆ ਮਾਘ ਮੰਜਨ ਸੰਗ ਸਾਧੂਆਂ, ਕਹਿਣ ਲੱਗੇ ਰੱਬ ਦੇ ਪਿਆਰਿਆਂ ਦੀ ਸੰਗਤ ਆ ਤੂੰ ਕਰ ਲਵੇਂ, ਧੂੜੀ ਕਰ ਇਸ਼ਨਾਨ। ਕਹਿਣ ਲੱਗੇ ਜਦੋਂ ਉਹਨਾਂ ਦੀ ਸੰਗਤ ਕਰੇਗਾ, ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਲਵੇਂਗਾ, ਤਾਂ ਫਿਰ ਪਿਆਰਿਆ ਤੈਨੂੰ ਨਿਮਰਤਾ ਵਿੱਚ ਆ ਕੇ ਉਹਨਾਂ ਦੇ ਚਰਨਾਂ ਦੀ ਧੂੜ ਬੰਨ੍ਹਣ ਦੀ ਵੀ ਜਾਚ ਆ ਜਾਵੇਗੀ, ਭਾਵ ਕਿ ਨਿਮਰਤਾ ਵਿੱਚ ਰਹਿਣਾ ਆ ਜਾਵੇਗਾ।
ਧੂੜੀ ਦਾ ਭਾਵ ਕਿ ਨਿਮਰਤਾ ਵਿੱਚ ਰਹਿਣਾ, ਨਿਉ ਕੇ ਰਹਿਣਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰਕੇ ਭਾਈ ਤੂੰ ਅੰਦਰੋਂ ਸੁੱਚਾ ਹੋਵੇਂਗਾ। ਜੇਕਰ ਤੈਨੂੰ ਅੰਦਰ ਜਾਚ ਆ ਜਾਵੇ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਣ ਦੀ। ਸਤਿਗੁਰੂ ਕਹਿੰਦੇ ਹਨ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਕਹਿੰਦੇ ਆਮ ਦੁਨੀਆ ਜਾਂਦੀ ਹੈ, ਪਰ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਇਸ਼ਨਾਨ ਮਨ ਦਾ ਹੁੰਦਾ ਹੈ, ਤੀਰਥਾਂ 'ਤੇ ਇਸ਼ਨਾਨ ਤਨ ਦਾ ਹੁੰਦਾ ਹੈ। ਕਬੀਰ ਸਾਹਿਬ ਨੇ ਜੋ ਬਚਨ ਕਹੇ ਸਨ, ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿਣ ਲੱਗੇ ਵਾਹਿਗੁਰੂ ਪਰਮੇਸ਼ਵਰ ਅਕਾਲ ਪੁਰਖ, ਜੋ ਮੈਂ ਬਹੁਤ ਉਦਾਸ ਹਾਂ ਇਹ ਸੋਚ ਕੇ ਕਿ ਸਾਰੇ ਤੀਰਥਾਂ 'ਤੇ ਜਾਂਦੇ ਹਨ, ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਨ। ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਤੇਰਾ ਨਾਮ ਜਪਣ ਵਾਲਾ ਵੱਡਾ ਹੈ ਜਾਂ ਤੀਰਥ ਵੱਡਾ ਹੈ? ਤੀਰਥ 'ਤੇ ਜਾਣ ਵਾਲੇ ਭਲੇ ਹਨ ਕਿ ਤੇਰਾ ਨਾਮ ਧਿਆਉਣ ਵਾਲੇ ਭਲੇ ਹਨ? ਤੀਰਥ ਵੱਡਾ ਹੈ ਕਿ ਤੇਰਾ ਹਰੀ ਪ੍ਰਮਾਤਮਾ ਜੋ ਤੇਰਾ ਨਾਮ ਜਪਦਾ ਹੈ, ਤੇਰੇ ਨਾਲ ਜੁੜਿਆ ਹੋਇਆ, ਉਹ ਵੱਡਾ ਹੈ। ਕਹਿੰਦੇ ਇੱਕ ਮਨੌਤ ਹੈ ਕਿ ਪਾਪੀ ਵੀ ਜੇਕਰ ਬਨਾਰਸ ਵਿੱਚ ਤਨ ਛੱਡ ਦੇਵੇ, ਉੱਥੇ ਉਹਦੇ ਅੰਤਮ ਸਵਾਸ ਪੂਰੇ ਹੋ ਜਾਣ ਤਾਂ ਮੁਕਤ ਹੋ ਜਾਂਦਾ ਹੈ। ਲੋਕ ਕਹਿਣ ਲੱਗੇ ਕਿ ਸਾਰੀ ਜ਼ਿੰਦਗੀ ਉਲਟੇ ਕੰਮ ਕੀਤੇ, ਹੁਣ ਅੰਤਲੇ ਸਮੇਂ ਤਾਂ ਸਿੱਧਾ ਕੰਮ ਕਰ ਲੈਂਦੇ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ, ਪੁੱਛਿਆ ਕਿਉਂ? ਕਹਿਣ ਲੱਗੇ ਹੁਣ ਮੁਕਤੀ ਦਾ ਸਮਾਂ ਸੀ ਤੇ ਤੀਰਥ 'ਤੇ ਆਪਣੇ ਪ੍ਰਾਣ ਤਿਆਗੇਗਾ ਤਾਂ ਮੁਕਤ ਹੋ ਜਾਵੇਗਾ, ਤੀਰਥ ਯਾਤਰਾ ਕਰੇਗਾ, ਤੀਰਥਾਂ 'ਤੇ ਇਸ਼ਨਾਨ ਕਰੇਗਾ, ਕਹਿੰਦੇ ਮੁਕਤ ਹੋ ਜਾਵੇਗਾ। ਕਬੀਰ ਜੀ ਨੇ ਕਿਹਾ ਕਿ ਦੁਨੀਆ ਦੇ ਲੋਕੋ, ਜੋ ਤੁਸੀਂ ਪਖੰਡ ਰਚਾਉਂਦੇ ਹੋ, ਜੋ ਤੁਸੀਂ ਇਹ ਸਾਰਾ ਪਖੰਡ ਰਚਾਉਂਦੇ ਹੋ, ਤੀਰਥਾਂ 'ਤੇ ਜਾਂਦੇ ਹੋ, ਉੱਥੇ ਦਾਨ ਪੁੰਨ ਕਰਦੇ ਹੋ, ਪਰ ਮਨ ਕਰਕੇ ਨਹੀਂ, ਨਿਮਰਤਾ ਵਿੱਚ ਨਹੀਂ। ਦਾਨ ਕਰਕੇ ਵੀ ਜੇ ਮਨ ਦੇ ਵਿੱਚ ਹਉਮੈ ਹੈ, ਮੈਂ ਇੰਨਾ ਦਾਨ ਕਰਕੇ ਆਇਆ, ਇੰਨਿਆਂ ਨੂੰ ਠੰਡ ਤੋਂ ਬਚਾ ਕੇ ਆਇਆ, ਢੱਕ ਕੇ ਆਇਆ ਤਨ, ਚਾਹੇ ਮੈਂ ਇੰਨਿਆਂ ਨੂੰ ਰੋਟੀ ਖਵਾ ਕੇ ਆਇਆ, ਪਾਤਸ਼ਾਹ ਕਹਿੰਦੇ ਕੋਈ ਮੈਨੇ ਨਹੀਂ ਰੱਖਦਾ, ਕਿਉਂਕਿ ਤੇਰੇ ਮਨ ਦੇ ਵਿੱਚ ਅਜੇ ਹਉਮੈ ਨਹੀਂ ਗਈ। ਜੋ ਸਤਿਗੁਰਾਂ ਨੇ ਤਾਂ ਪਹਿਲਾਂ ਹੀ ਬਚਨੇ ਕੀਤਾ ਕਿ ਭਾਈ ਨਿਮਰਤਾ ਵਿੱਚ ਰਹਿ ਕੇ ਤੂੰ ਮਨ ਦਾ ਇਸ਼ਨਾਨ ਕਰ ਲਵੇਂ ਤਾਂ ਤੈਨੂੰ ਨਿਮਰਤਾ ਵਿੱਚ ਰਹਿਣਾ ਵੀ ਆ ਜਾਵੇਗਾ। ਅਤੇ ਇਸੇ ਤਰ੍ਹਾਂ ਹੀ ਕਬੀਰ ਜੀ ਕਹਿੰਦੇ ਹਨ ਕਿ ਜਿੱਥੇ ਬਹਿ ਕੇ ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ ਨਾਮ ਜਪਦੇ ਹਨ, ਭਾਈ ਉਹੀ ਤੀਰਥ ਬਣ ਜਾਂਦਾ, ਉਹਨਾਂ ਨੂੰ ਤੀਰਥਾਂ 'ਤੇ ਭੱਜਣ ਦੀ ਲੋੜ ਨਹੀਂ ਪੈਂਦੀ। ਸਾਧ ਭਲੇ ਅਣਨਾਤਿਆਂ, ਚੋਰ ਸੈ ਚੋਰਾ ਚੋਰ। ਕਹਿਣ ਲੱਗੇ ਕਿ ਭਾਈ ਜੀ ਨੇ ਤਾਂ ਸਾਧ ਰਹਿਣਾ ਹੈ, ਉਹ ਭਾਵੇਂ ਤੀਰਥਾਂ 'ਤੇ ਇਸ਼ਨਾਨ ਨਾ ਵੀ ਕਰੇ ਤਾਂ ਵੀ ਸਾਧ ਹੀ ਹੈ, ਅਤੇ ਜਿਹੜਾ ਚੋਰ ਹੈ ਉਹ ਭਾਵੇਂ ਤੀਰਥਾਂ 'ਤੇ ਵੀ ਇਸ਼ਨਾਨ ਕਰੇ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਜਿਹੜਾ ਮਨ ਦਾ ਲੋਭ ਹੈ, ਮਨ ਦਾ ਲੋਭ ਬਹੁਤਿਆਂ ਨੂੰ ਆਵਾਜ਼ ਦਿੰਦਾ ਹੈ। ਮਨ ਦਾ ਲੋਭ, ਕਾਮ ਕ੍ਰੋਧ, ਕ੍ਰੋਧ ਨੂੰ ਵੀ ਆਵਾਜ਼ ਦਿੰਦਾ ਹੈ, ਕਾਮ ਨੂੰ ਵੀ ਆਵਾਜ਼ ਦਿੰਦਾ ਹੈ, ਲੋਭ ਨੂੰ, ਲੋਭ ਤਾਂ ਪਹਿਲਾਂ ਹੀ ਸ਼ੇਰ ਆ, ਹੰਕਾਰ ਨੂੰ, ਕਿਉਂਕਿ ਕੋਈ ਵੀ ਕੰਮ ਕਰਦਾ ਬੰਦਾ ਲੋਭ ਦੇ ਵਿੱਚ ਆਣ ਕੇ ਕਰਦਾ ਹੈ। ਸਤਿਗੁਰੂ ਕਹਿੰਦੇ ਮਾਘ ਮੱਝਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਕਿ ਪਿਆਰਿਆ ਉਹਨਾਂ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰੀ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ ਕਿ ਤੈਨੂੰ ਸੰਗਤ ਦੇ ਚਰਨਾਂ ਦੀ ਧੂੜ ਦਿੰਦਾ ਹਾਂ, ਜੇ ਕਿ ਤੇਰੇ ਮਨ ਦੇ ਵਿੱਚ ਨਿਮਰਤਾ ਆ ਜਾਵੇ, ਜੇ ਕਿਤੇ ਇਹਦੀ ਸੇਵਾ ਕਰ ਲਵੇਂਗਾ ਤਾਂ ਤੇਰਾ ਇਸ਼ਨਾਨ ਹੋ ਜਾਵੇਗਾ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਕਹਿਣ ਲੱਗੇ ਇੱਕ ਧਿਆਏ ਤੇ ਦੂਜਾ ਸੁਣ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ।
ਕਹਿਣ ਲੱਗੇ ਕਿ ਜਦੋਂ ਤੂੰ ਦ੍ਰਿੜ ਅਭਿਆਸ ਕਰਕੇ ਨਾਮ ਨੂੰ ਧਿਆਵੇਂਗਾ, ਇੱਕ ਮਨ ਹੋ ਕੇ ਇਕਾਗਰਤਾ ਵਿੱਚ ਹੋ ਕੇ ਉਹਨੂੰ ਧਿਆਵੇਂਗਾ, ਜੇ ਤੂੰ ਨੇਤਰ ਬੰਦ ਕਰਕੇ ਸੁਣੇਗਾ ਤਾਂ ਉਹ ਤੇਰੇ ਅੰਦਰ ਨਾਮ ਵੱਜੇਗਾ, ਤੇਰੇ ਅੰਦਰ ਨਾਮ ਨਿਰੰਤਰ ਚੱਲੇਗਾ ਤੇ ਫਿਰ ਉਸ ਦਾ ਅੰਦਰੋਂ ਇਸ਼ਨਾਨ ਹੋ ਜਾਵੇਗਾ। ਜਦੋਂ ਕੋਈ ਸੁਣਦਾ ਹੈ ਤਾਂ ਫਿਰ ਉਹ ਤਰਸ ਖਾਂਦਾ ਹੈ ਪਰਮੇਸ਼ਵਰ, ਤੇ ਉਹਨੂੰ ਸਾਈਂ ਦੇ ਨਾਮ ਨਾਲ, ਪਰਮੇਸ਼ਵਰ ਦੇ ਨਾਮ ਨਾਲ ਉਹ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਸੰਗਤ ਬਖਸ਼ ਕੇ ਉਹਨਾਂ ਦੇ ਪਰਮੇਸ਼ਵਰ ਦੇ ਨਾਮ ਨਾਲ ਜੋੜ ਦਿੰਦਾ ਹੈ। ਉਹ ਪਰ ਉਪਕਾਰੀ ਦਾ ਹਿਰਦਾ ਬਣ ਜਾਂਦਾ ਹੈ, ਦਇਆਵਾਨ ਬਣ ਜਾਂਦਾ ਹੈ। ਸਾਹਿਬ ਕਹਿੰਦੇ ਹਨ, ਜੇ ਦਾਨ ਕਰਨਾ ਹੈ ਤਾਂ ਜਿਹੜਾ ਆਵੇ ਉਸ ਨੂੰ ਦਾਨ ਕਰੇ, ਪਰ ਉਹ ਲੋੜ ਹੋਵੇ ਉਸ ਨੂੰ ਦਾਨ ਦੀ। ਨਾਲ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਜੋੜੀ। ਜਦੋਂ ਕੋਈ ਨਾਮ ਧਿਆਵੇਗਾ ਤਾਂ ਪਾਤਸ਼ਾਹ ਕਹਿੰਦੇ, ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਸਤਿਗੁਰੂ ਕਹਿੰਦੇ, ਜਨਮਾਂ ਜਨਮਾਂ ਦੀ ਤੇਰੇ ਮਨ ਦੀ ਇਹ ਮੈਲ ਉਤਰ ਜਾਵੇਗੀ, ਜਿਹੜੀ ਲੋਭ ਦੀ, ਲਾਲਚ ਦੀ ਤੈਨੂੰ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵੇ, ਜੇ 100 ਧੋਵਣ ਪਾਓ। ਕਹਿੰਦੇ ਭਾਈ, ਤੇਰੇ ਮਨ ਨੂੰ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ, ਮੈਲ ਕਾਹਦੀ ਹੈ? ਕਾਮ, ਕ੍ਰੋਧ, ਲੋਭ, ਮੋਹ ਦੀ, ਹੰਕਾਰ ਦੀ, ਜਿਹੜੀ ਸਾਨੂੰ ਦਿਸਦੀ ਨਹੀਂ, ਪਰ ਇਹ ਅੰਦਰੇ ਅੰਦਰ ਬੰਦੇ ਨੂੰ ਮੈਲਾ ਕਰਦੀ ਹੈ। ਅੰਦਰੇ ਅੰਦਰ ਮੈਲ, ਜਿਵੇਂ ਮੈਲ ਕੱਪੜੇ ਨੂੰ ਖਾ ਜਾਂਦਾ, ਇਸੇ ਤਰ੍ਹਾਂ ਹੀ ਅੰਦਰੇ ਅੰਦਰ ਇਨਸਾਨ ਨੂੰ ਇਹ ਮੈਲ ਖਾ ਜਾਂਦੀ ਹੈ। ਕਹਿਣ ਲੱਗੇ, ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਕਾਲਾ ਹੋਵਾ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵੇ। ਖੰਨਲੀ ਕਹਿੰਦੇ ਹਨ ਕਿ ਜਿਵੇਂ ਤੇਲੀ ਦੀ ਕੋਹਲੂ 'ਚ ਫੇਰ, ਉੱਥੇ ਕੋਹਲੂ 'ਤੇ ਫੇਰਨ ਵਾਲੀ ਲੀਰ ਹੁੰਦੀ ਹੈ, ਜੋ ਬਹੁਤ ਕਾਲੀ ਸ਼ਾਹ ਹੋ ਜਾਂਦੀ ਹੈ। ਉਹਨੂੰ ਭਾਵੇਂ ਜਿੰਨਾ ਮਰਜ਼ੀ ਸਾਬਣ ਨਾਲ ਕੋਈ ਧੋਵੇ, ਪਰ ਉਹਨੂੰ ਚਿੱਟੀ ਨਹੀਂ ਕੱਢ ਸਕਦਾ। ਸਤਿਗੁਰੂ ਕਹਿੰਦੇ, ਇਸੇ ਤਰ੍ਹਾਂ ਹੀ ਭਾਈ ਤੇਰਾ ਮਨ ਦਿਨ ਪ੍ਰਤੀ ਦਿਨ ਇਹ ਕਾਲਾ ਹੁੰਦਾ ਜਾ ਰਿਹਾ ਹੈ। ਜੇਕਰ ਉਹ ਤਾਂ ਭਾਵੇਂ ਕਾਲੀ ਹੋਵੇ ਚਾਹੇ ਨਾ ਹੋਵੇ, ਪਰ ਸਤਿਗੁਰੂ ਕਹਿੰਦੇ, ਜੇ ਕਿਤੇ ਤੂੰ ਗੁਰਬਾਣੀ ਵਿੱਚ ਇਸ਼ਨਾਨ ਕਰ ਲਵੇਂ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰ ਲਵੇਂ, ਗੁਰਬਾਣੀ ਨੂੰ ਸਮਝਣ ਲੱਗ ਪਵੇਂ, ਗੁਰਬਾਣੀ ਦੇ ਰਸਤੇ 'ਤੇ ਚੱਲਣ ਲੱਗ ਪਵੇਂ, ਗੁਰਬਾਣੀ ਜੋ ਸਾਨੂੰ ਦੱਸਦੀ ਹੈ, ਗੁਰੂ ਦੇ ਬਚਨ ਜੋ ਸਾਨੂੰ ਕਹਿੰਦੇ ਹਨ, ਉਹ ਅਸੀਂ ਕਿਤੇ ਮੰਨ ਲਈਏ ਤਾਂ ਇੱਕ ਨਾ ਇੱਕ ਦਿਨ ਇਹ ਮਨ ਜ਼ਰੂਰ ਪਵਿੱਤਰ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਕਹਿੰਦੇ, ਜਿਹੜੇ ਕਰਮਾਂ ਜਨਮਾਂ ਜਨਮਾਂ ਦੀ ਤੈਨੂੰ ਮੈਲ ਲੱਗੀ ਹੈ, ਇਹ ਇੱਕ ਦਿਨ ਉਤਰ ਜਾਵੇਗੀ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਦੋਂ ਤੇਰੇ ਵਿੱਚੋਂ ਹਉਮੈ ਚਲੀ ਗਈ, ਤੇਰੇ ਵਿੱਚੋਂ ਮਾਣ ਘਮੰਡ ਚਲਾ ਗਿਆ, ਪਾਤਸ਼ਾਹ ਕਹਿੰਦੇ ਤੇਰੀ ਮੈਲ ਉਤਰ ਜਾਵੇਗੀ, ਜੇਕਰ ਤੂੰ ਗੁਰੂ ਦੇ ਬਚਨ ਮੰਨ ਜਾਵੇਂ, ਉਹਦੇ ਪਿਆਰਿਆਂ ਨਾਲ ਜੁੜ ਕੇ ਸੰਗਤ ਕਰ ਲਵੇਂ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਹਿਣ ਲੱਗੇ, ਅੰਦਰ ਦਾ ਜਿਹੜਾ ਹੰਕਾਰ ਸੀ ਉਹ ਵੀ ਮਿਟ ਗਿਆ। ਤੂੰ ਕੌਣ ਹੈ? ਕੀ ਕਰਨ ਵਾਲਾ ਹੈ? ਤੂੰ ਕੌਣ ਹੈ ਕਰਨ ਵਾਲਾ? ਜੇ ਕਿਰਪਾ ਕੀਤੀ ਤਾਂ ਉਸ ਨੇ ਕਰਾ ਲਿਆ। ਤੇਰੇ ਕੋਲ ਕੀ ਸਮਰੱਥਾ ਹੈ ਇਨਸਾਨ ਕਿ ਤੂੰ ਆਪਣੀ ਮਰਜ਼ੀ ਨਾਲ ਕੁਝ ਕਰ ਲਵੇਂ? ਇਹੀ ਕਾਰਨ ਹੈ ਗੁਰਮੁਖੋ, ਜੋ ਸਾਨੂੰ ਜਿੰਨੇ ਵੀ ਗੁਰੂ ਨੇ ਸ਼ਬਦ ਦਿੱਤੇ ਹਨ, ਇਹੀ ਯਤਨ ਕੀਤਾ ਕਿ ਅੰਦਰੋਂ ਹਉਮੈ ਮਰ ਜਾਏ, ਅੰਦਰੋਂ ਜੋ ਹਉਮੈ ਦਾ ਨਾਸ ਹੋ ਜਾਵੇ। ਤਾਂ ਕਹਿੰਦੇ ਹਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਕਹਿਣ ਲੱਗੇ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ। ਲੋਭ ਜੋ ਸਭ ਤੋਂ, ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਲੋਭ ਹੀ ਸਭ ਤਰ੍ਹਾਂ ਕਰਕੇ ਸਭ ਬਿਮਾਰੀਆਂ ਨੂੰ ਜੋ ਸੱਦਾ ਦਿੰਦਾ ਹੈ। ਲੋਭ ਕੈਸਾ ਹੈ? ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੀ ਸਾਨੂੰ ਦੱਸਿਆ ਹੈ। ਲੋਭ ਲਹਿਰ ਸਭ ਸਵਾਨ, ਹਲਕ ਹੈ, ਹਲਕਿਓ ਸਭੇ ਬਿਗਾਰੇ। ਕਹਿਣ ਲੱਗੇ, ਲੋਭ ਲਹਿਰ, ਲੋਭ ਲਹਿਰ ਦਾ ਭਾਵ ਕਿ ਬਿਲਕੁਲ ਜੋ ਇੱਕ ਤਰ੍ਹਾਂ ਦਾ ਕਰਕੇ ਹੈ, ਜੋ ਹਲਕਿਆ ਹੋਇਆ ਕੁੱਤਾ,
ਕਹਿੰਦੇ ਜਿਹੜਾ ਬਾਹਲਾ ਲੋਭੀ ਹੈ ਉਹ ਇੱਕ ਹਲਕੇ ਹੋਏ ਕੁੱਤੇ ਦੀ ਤਰ੍ਹਾਂ ਹੈ, ਹਲਕਿਓ ਸਭੇ ਵਿਗਾਰੇ, ਕਿ ਜਿਹੜਾ ਆਪ ਵਿਗੜਿਆ ਹੈ ਉਹ ਦੂਜਿਆਂ ਨੂੰ ਵੀ ਨਾਲ ਵਿਗਾੜਦਾ ਹੈ। ਕਿਉਂਕਿ ਆਪ ਤਾਂ ਲੋਭੀ ਹੈ, ਲੋਭ ਦੇ ਵਿੱਚ ਕੁਝ ਵੀ ਕਰ ਸਕਦਾ ਹੈ, ਕਿਸੇ ਦਾ ਕਤਲ ਵੀ ਕਰ ਸਕਦਾ ਹੈ। ਉਹਨੇ ਨਹੀਂ ਦੇਖਣਾ ਇਹਦੇ ਘਰੇ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ, ਉਹਨੇ ਨਹੀਂ ਦੇਖਣਾ ਇਹਦੇ ਕੋਲੇ ਕਿਵੇਂ ਗੁਜ਼ਾਰਾ ਚੱਲਦਾ ਹੈ, ਪਰ ਉਹਨੇ ਆਪਣੇ ਲੋਭ ਦੀ ਖਾਤਰ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨੀ ਹੈ। ਉਹਨੇ ਸੋਚਣਾ ਕਿ ਇਹਦੇ ਕੋਲੋਂ ਮੈਂ ਕਿਵੇਂ ਕੀ ਹੈ ਇਹਦੇ ਲੈ ਸਕਦਾ, ਕਿਉਂਕਿ ਲੋਭ ਨੂੰ ਤਾਂ ਸਤਿਗੁਰਾਂ ਨੇ ਇੱਕ ਹਲਕੇ ਹੋਏ ਕੁੱਤੇ ਦੀ ਤਰ੍ਹਾਂ ਦੱਸਿਆ, ਜੋ ਕਿਸੇ ਨੂੰ ਵੀ ਨਹੀਂ ਬਖਸ਼ਦਾ, ਆਪਣਿਆਂ ਨੂੰ ਵੀ ਨਹੀਂ ਬਖਸ਼ਦਾ, ਦੂਜਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ। ਉਹ ਫਿਰ ਨਾਲ ਆਪਣੇ ਸੰਯੋਗ ਕਰਦਾ ਹੈ ਕਿਸੇ ਦਾ। ਹਲਕਿਓ ਸਭੇ ਵਿਗਾਰੇ, ਉਸ ਹਲਕੇ ਹੋਏ ਨੇ ਹੋਰ ਵੀ ਬਹੁਤਿਆਂ ਨੂੰ ਵਿਗਾੜਿਆ ਹੁੰਦਾ ਹੈ, ਜੋ ਆਪਣਾ ਨਾਲ ਸੰਯੋਗ ਬਣਾਉਂਦਾ ਹੈ। ਕਹਿੰਦੇ ਲੋਭ ਲਹਿਰ ਸਭ ਸੁਆਣ ਹੈ, ਇਹ ਸਭ ਤਰ੍ਹਾਂ ਕਰਕੇ ਭਾਈ ਜੇ ਲੋਭ ਦੀ ਲਹਿਰ ਹੈ ਇਹ ਇੱਕ ਹਲਕਾ ਕੁੱਤਾ ਦੀ ਤਰ੍ਹਾਂ ਹੈ, ਜੋ ਬਹੁਤ ਹੀ ਭੈੜਾ ਹੁੰਦਾ ਹੈ। ਹਲਕਿਓ ਸਭੇ ਵਿਗਾਰੇ, ਕਹਿਣ ਲੱਗੇ ਇਹ ਜਿਹੜਾ ਹਲਕਾ ਹੈ ਫਿਰ ਇਹ ਆਪਣੇ ਨਾਲ ਹੋਰਨਾਂ ਨੂੰ ਵੀ ਵਿਗਾੜਦਾ ਹੈ। ਕਹਿੰਦੇ ਕਿ ਜਿਉਂ ਕੂਕਰ ਹਰਕਾਇਆ ਧਾਵੇ ਦਾਹ ਦਿਸ ਜਾਏ, ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ। ਕਹਿੰਦੇ ਜਿਉਂ ਕੂਕਰ ਹਰਕਾਇਆ, ਜਿਵੇਂ ਹਲਕਿਆ ਹੋਇਆ ਕੁੱਤਾ ਧਾਵੇ ਕਿ ਉਹ ਭੱਜਿਆ ਫਿਰਦਾ ਹੈ, ਜਿਉਂ ਕੂਕਰ ਹਰਕਾਇਆ ਧਾਵੇ ਦਾਹ ਦਿਸ ਜਾਏ, ਉਹ ਚਾਰੇ ਪਾਸੇ ਭੱਜਿਆ ਫਿਰਦਾ ਹੈ, ਉਹਨੂੰ ਕਿਤੇ ਵੀ ਟਿਕਾਓ ਨਹੀਂ ਮਿਲਦਾ। ਲੋਭੀ ਜੰਤਰਾ ਜਾਂ ਨਹੀਂ, ਇਸੇ ਤਰ੍ਹਾਂ ਲੋਭੀ ਨਹੀਂ ਸਮਝਦਾ ਕਿ ਕੌਣ ਕਿਵੇਂ ਹੈ, ਉਹਨੂੰ ਇਹ ਮਾਫ ਕਾਵੇਗਾ ਕਿ ਨਹੀਂ, ਉਸ ਵਾਸਤੇ ਕੀ ਚੰਗਾ ਹੈ ਕੀ ਮਾੜਾ ਹੈ। ਭਖ ਅਭਖ, ਚੰਗਾ ਮੰਦਾ, ਭਖ ਅਭਖ ਸਭ ਖਾਏ, ਉਹ ਸਭ ਕੁਝ ਹੀ ਛਕ ਜਾਂਦਾ ਹੈ। ਉਹਨੂੰ ਨਹੀਂ ਪਤਾ ਲੱਗਦਾ ਕਿ ਖਾਣ ਯੋਗ ਹੈ ਕਿ ਨਹੀਂ, ਪਰ ਉਹ ਤਾਂ ਹੌਲੀ ਹੌਲੀ ਬਾਅਦ ਵਿੱਚ ਉਹਨੂੰ ਪਤਾ ਲੱਗਦਾ ਕਿ ਮੇਰੇ ਖਾਣ ਯੋਗ ਨਹੀਂ ਸੀ। ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ। ਕਬੀਰ ਸਾਹਿਬ ਦਾ ਬਚਨ ਹੈ। ਕਹਿਣ ਲੱਗੇ ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਿੱਥੇ ਗਿਆਨ ਹੈ ਗੁਰੂ ਦੀ ਮੱਤ ਹੈ ਉੱਥੇ ਹੀ ਧਰਮ ਹੈ। ਕਿਉਂਕਿ ਗੁਰੂ ਲੋਭ ਤੋਂ, ਹੰਕਾਰ ਤੋਂ, ਕਾਮ ਕ੍ਰੋਧ ਤੋਂ ਰੋਕਦਾ ਹੈ। ਜੇਕਰ ਗੁਰੂ ਦੇ ਬਚਨ ਸਾਡੇ ਮਨ ਵਿੱਚ ਵਸ ਜਾਣ, ਗੁਰੂ ਦੇ ਬਚਨਾਂ 'ਤੇ ਅਸੀਂ ਚੱਲਣਾ ਸਿੱਖ ਲਈਏ, ਤਾਂ ਇਹ ਫਿਰ ਲੋਭ ਦੀ ਜੋ ਜੰਜੀਰ ਹੈ ਟੁੱਟ ਜਾਂਦੀ ਹੈ। ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ। ਜਿੱਥੇ ਝੂਠ ਹੈ, ਫਰੇਬ ਹੈ, ਲੋਭ ਹੈ, ਉੱਥੇ ਹੀ ਪਾਪ ਹੈ। ਜਹਾਂ ਲੋਭ ਤਾਂ ਕਾਲ ਹੈ, ਜਿੱਥੇ ਲੋਭ ਹੈ ਉੱਥੇ ਸਦਾ ਕਾਲ ਵਸਦਾ ਹੈ। ਕਿਉਂਕਿ ਕਾਲ ਹੀ ਲੋਭ ਹੈ, ਲੋਭ ਹੀ ਕਾਲ ਹੈ, ਕਿਉਂਕਿ ਇਹ ਉਹ ਕੰਮ ਕਰਾਉਂਦਾ ਜਿਹੜਾ ਨਹੀਂ ਕਰਨਾ। ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਜਿੱਥੇ ਖਿਮਾ ਹੈ, ਦਇਆ ਹੈ, ਜਿੱਥੇ ਇਨਸਾਨ ਦੇ ਮਨ ਵਿੱਚ ਦਇਆ ਹੈ, ਉੱਥੇ ਪਰਮਾਤਮਾ ਦਾ ਵਾਸਾ ਹੈ ਜੋ ਨਿਮਰਤਾ ਵਿੱਚ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸਵਾਨ, ਕਿ ਕਾਮ ਮਨੁੱਖ ਨੂੰ ਨਰਕ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ, ਲੋਭ ਨਰਕ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ। ਪਰ ਜੇ ਗੁਰੂ ਕਿਰਪਾ ਕਰੇ ਤਾਂ ਜਪਣ ਵਾਲੇ ਦੀ ਜ਼ਿੰਦਗੀ ਵਿੱਚ ਬੜੀ ਵੱਡੀ ਤਬਦੀਲੀ ਹੋ ਜਾਂਦੀ, ਜੇਕਰ ਉਹ ਗੁਰੂ ਦਾ ਗਿਆਨ ਸਮਝ ਲਵੇ। ਫਿਰ ਅਗਲੀ ਕਿਰਪਾ ਕੀਤੀ ਬਿਨਸੈ ਲੋਭ ਸਵਾਨ। ਸਵਾਨ ਦਾ ਅਰਥ ਹੈ ਕੁੱਤਾ। ਕਹਿਣ ਲੱਗੇ ਜਿਹੜਾ ਲਾਲਚ ਦਾ ਕੁੱਤਾ ਦਿਨ ਰਾਤ ਭੌਂਕਦਾ ਸੀ, ਭੱਜਿਆ ਫਿਰਦਾ ਸੀ, ਮੇਰੇ ਮਾਲਕ ਨੇ ਕਿਰਪਾ ਕੀਤੀ, ਗਿਆਨ ਬਖਸ਼ ਦਿੱਤਾ। ਜਦੋਂ ਗਿਆਨ ਇਸ ਨੂੰ ਹੋ ਗਿਆ, ਸਮਝ ਪੈ ਗਈ ਕਿ ਇੱਥੋਂ ਬੰਦਾ ਤੇਰਾ ਕੁਝ ਵੀ ਨਹੀਂ ਜਾਣਾ, ਤੂੰ ਕਿਉਂ ਭੱਜਿਆ ਫਿਰਦਾ ਹੈ, ਇੱਕ ਦਿਨ ਸਭ ਕੁਝ ਛੱਡ ਕੇ ਤੁਰ ਜਾਣਾ। ਜਦੋਂ ਇਸ ਗੱਲ ਦੀ ਸਮਝ ਪੈ ਗਈ, ਕਹਿਣ ਲੱਗੇ ਮਨ ਨੂੰ ਫਿਰ ਟਿਕਾ ਹੋ ਗਿਆ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜੀ ਕੱਲ ਤੱਕ ਤੂੰ ਨਿੰਦਿਆ ਕਰਦਾ ਸੀ, ਲੋਭ ਵਿੱਚ ਭੱਜਿਆ ਫਿਰਦਾ ਸੀ, ਹੁਣ ਸੱਚ ਦਾ ਪੱਲਾ ਨਾ ਛੱਡੀ। ਜਦੋਂ ਤੈਨੂੰ ਸੱਚ ਦਾ ਪੱਲਾ ਫੜਨ ਆ ਗਿਆ, ਸੱਚ ਨਾਲ ਜੁੜ ਗਿਆ,
ਗੁਰਬਾਣੀ ਦਾ ਗਿਆਨ ਸਮਝਣ ਲੱਗ ਪਿਆ, ਪ੍ਰਮਾਤਮਾ ਦੇ ਗੁਰੂ ਸਾਹਿਬ ਦੇ ਬਚਨ ਮੰਨਣ ਲੱਗ ਪਿਆ। ਪਾਤਸ਼ਾਹ ਕਹਿੰਦੇ ਫਿਰ ਉਸਤਤ ਕਰੇ ਜਹਾਨ, ਫਿਰ ਉਹੀ ਲੋਕ ਕਹਿਣਗੇ ਕਿ ਉਹ ਬਹੁਤ ਚੰਗਾ ਹੈ, ਉਹਦਾ ਜੀਵਨ ਬਹੁਤ ਵਧੀਆ ਹੈ। ਚਲੋ ਪਹਿਲਾਂ ਜੋ ਕੁਝ ਕੀਤਾ, ਪਰ ਹੁਣ ਜੀਵਨ ਉਸਨੇ ਆਪਣਾ ਸਵਾਰ ਲਿਆ, ਉਹ ਦਇਆਵਾਨ ਬਣ ਗਿਆ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਹਿਣ ਲੱਗੇ ਪਿਆਰਿਆ 68 ਤੀਰਥਾਂ ਦਾ ਇਸ਼ਨਾਨ, ਪੁੰਨ ਦਾਨ ਤੂੰ ਦਾਨ ਕਰਦਾ ਹੈ, ਕਿਸੇ ਇੱਕ ਜੀ ਤੇ ਦਇਆ ਕਰ ਦੇਵੇਂ, ਇਹ 68 ਤੀਰਥਾਂ ਦੇ ਵਿੱਚ ਹੀ ਆ ਜਾਂਦਾ ਹੈ। ਜੇਕਰ ਅਸੀਂ 50 ਨੂੰ ਰਵਾ ਕੇ ਤੇ ਤੀਰਥਾਂ ਤੇ ਭਾਵੇਂ 200 ਬੰਦੇ ਨੂੰ, 400 ਬੰਦੇ ਨੂੰ, 1000 ਬੰਦੇ ਨੂੰ ਉੱਥੇ ਖੁਸ਼ ਕਰ ਆਈਏ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਰਵਾ ਕੇ ਗਿਆ ਉਹ ਵੀ ਤਾਂ ਪ੍ਰਮਾਤਮਾ ਦੇ ਜੀਵ ਸੀ। ਹੁਣ ਠੱਗੀਆਂ ਧੋਖੇ ਕਰਕੇ, ਜੋ ਕੁਛ ਵੀ ਕੋਈ ਕਰਕੇ, ਚੋਰੀਆਂ ਕਰਕੇ ਜਾਂ ਕਿਸੇ ਦਾ ਮਨ ਦੁਖੀ ਕਰਕੇ ਉਹ ਦਾਨ ਪੁੰਨ ਕਰਦਾ, ਪਾਤਸ਼ਾਹ ਕਹਿੰਦੇ ਤੇਰਾ ਫਲਣ ਵਾਲਾ ਨਹੀਂ। ਕਿਉਂਕਿ ਸਤਿਗੁਰਾਂ ਦੇ ਬਚਨ ਹਨ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋਂ ਪਛਾਣੋ ਸੇ। ਪਾਤਸ਼ਾਹ ਕਹਿੰਦੇ ਭਾਈ ਤੂੰ ਆਪਦੀ ਮਿਹਨਤ ਕਰ, 10 ਨੌਹਾਂ ਦੀ ਮਿਹਨਤ ਕਰ, 10 ਨੌਹਾਂ ਦੀ ਕਿਰਤ ਕਰ, ਘਾਲ ਖਾਏ, ਆਪਣੀ ਘਾਲ ਕਮਾ, ਉਹ ਕਰਕੇ ਖਾ, ਕੁਛ ਹੱਥੋਂ ਦੇ, ਕੁਛ ਹੱਥੋਂ ਫਿਰ ਪੁੰਨ ਦਾਨ ਕਰ, ਉਹ ਲੱਗੇਗਾ। ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹੋਂ ਪਛਾਣੇ ਸੀ। ਇਹ ਰਸਤਾ ਪਛਾਣ ਦੀ ਇਸ ਰਸਤੇ ਦੀ ਪਛਾਣ ਕਰ। ਜੇ ਤੂੰ ਪ੍ਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦਾ ਹੈ ਤਾਂ ਫਿਰ ਤੇਰੀ ਉਸਤਤ ਵਡਿਆਈ ਹੈ। ਪਾਤਸ਼ਾਹ ਕਹਿੰਦੇ ਭਾਈ ਤੂੰ ਜ਼ਿਆਦਿਆਂ ਨੂੰ ਦਾਨ ਕਰਨ ਨਾਲੋਂ ਤਾਂ ਕੁਝ ਕੁ ਥੋੜ੍ਹਿਆਂ ਨੂੰ ਦਾਨ ਕਰਦੇ, ਪਰ ਉਹਨਾਂ ਨੂੰ ਲੋੜ ਹੋਵੇ ਦਾਨ ਦੀ, ਉਹਨਾਂ ਨੂੰ ਵਸਤੂ ਦੀ ਲੋੜ ਹੋਵੇ, ਜੇਕਰ ਉਹਦੀ ਮਦਦ ਕਰ ਦੇਵੇਂਗਾ, ਲੋੜਵੰਦ ਦੀ ਲੋੜ ਪੂਰੀ ਕਰੇਗਾ, ਪਾਤਸ਼ਾਹ ਕਹਿੰਦੇ ਤੇਰਾ ਤੀਰਥਾਂ ਦਾ ਇਸ਼ਨਾਨ ਹੋ ਜਾਵੇਗਾ। ਸਾਰੇ ਤੀਰਥਾਂ ਦਾ ਹੀ ਫਿਰ ਇੱਕ ਦਾ ਨਹੀਂ 68 ਤੀਰਥ ਮੰਨੇ ਜਾਂਦੇ ਆਪਣੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਕਹਿਣ ਲੱਗੇ ਕਿ ਪਿਆਰਿਆ 68 ਤੀਰਥਾਂ ਦਾ ਇਸ਼ਨਾਨ, ਪੁੰਨ ਦਾਨ ਤੂੰ ਦਾਨ ਕਰਦਾ ਹੈ, ਕਿਸੇ ਇੱਕ ਜੀਵ ਤੇ ਜੇਕਰ ਦਇਆ ਕਰ ਦੇਵੇਂ, ਇਹ 68 ਤੀਰਥ ਇਸੇ ਵਿੱਚ ਹੀ ਆ ਜਾਂਦੇ ਹਨ। ਤੂੰ ਦਇਆ ਮਨ ਵਿੱਚ ਧਾਰਨ ਕਰ ਲਵੀਂ, ਦਇਆ ਕਰਕੇ ਕਿਸੇ ਦੇ ਤਰਸ ਕਰਕੇ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦੇਵੀਂ, ਤੇ ਇਹ ਸਮਝ ਲਵੀਂ ਕਿ ਮੈਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਣ, ਜਿਸ ਤੇ ਤੂੰ ਪ੍ਰਸੰਨ ਹੁੰਦਾ ਹੈ ਉਸ ਨੂੰ ਤੂੰ ਕਿਰਪਾ ਕਰਕੇ ਸਤਿਗੁਰੂ ਇਹ ਦਾਤ ਬਖਸ਼ ਦਿੰਦਾ ਹੈ। ਦਇਆ ਦੀ ਦਾਤ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮਿਲਦੀ ਹੈ। ਜੇਕਰ ਉਹਦੇ ਬਚਨ ਮੰਨੀਏ ਤਾਂ ਜਾ ਕੇ ਉਹਦੇ ਰਸਤੇ 'ਤੇ ਚੱਲੀਏ, ਉਹਦੇ ਦੱਸੇ ਹੋਏ ਗਿਆਨ 'ਤੇ ਚੱਲੀਏ, ਤਾਂ ਜਾ ਕੇ ਇਹ ਦਇਆ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸਜਾਣ। ਪਾਤਸ਼ਾਹ ਕਹਿੰਦੇ ਜਿਸ ਤੇ ਤੂੰ ਪ੍ਰਸੰਨ ਹੁੰਦਾ ਹੈ ਉਸ ਨੂੰ ਇਹ ਕਿਰਪਾ ਕਰਕੇ ਦਾਤ ਬਖਸ਼ ਦਿੰਦਾ ਹੈ। ਸਿਮਰਨ ਦੀ, ਧਿਆਨ ਦੀ, ਜਪਣ ਦੀ, ਇਹ ਸਭ ਦਾਤਾਂ ਪਰਮੇਸ਼ਵਰ ਦੀਆਂ ਹਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ, ਜਿਨ੍ਹਾਂ ਨੂੰ ਉਹ ਮੇਰਾ ਮਾਲਕ ਪਰਮੇਸ਼ਵਰ ਮਿਲ ਗਿਆ, ਨਾਨਕ ਤਿਨ ਕੁਰਬਾਨ। ਪਾਤਸ਼ਾਹ ਕਹਿੰਦੇ ਕਿ ਮੈਂ ਵੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਦਇਆ ਨੂੰ ਮਨ ਦੇ ਵਿੱਚ ਵਸਾ ਕੇ ਬੈਠੇ ਹਨ, ਪ੍ਰਮਾਤਮਾ ਦੇ ਭਾਣੇ ਵਿੱਚ ਚੱਲਦੇ ਹਨ, ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਹਨ। ਕਹਿਣ ਲੱਗੇ ਤੀਰਥ ਨਾਲ ਸੱਚਮਤਾ ਨਹੀਂ ਆਉਣੀ, ਮਾਘ ਸੁੱਚੇ ਸੇ ਕਾਢੀਐ ਜਨ ਪੂਰਾ ਗੁਰ ਮਿਹਰਬਾਨ। ਮਾਘ ਦੇ ਮਹੀਨੇ ਵਿੱਚ ਭਾਈ ਉਹ ਸੁੱਚੇ ਬਣਦੇ ਹਨ, ਜਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ 'ਤੇ ਪੂਰਾ ਸਤਿਗੁਰੂ ਉਹ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਮਿਹਰਬਾਨ ਹੋ ਜਾਏ, ਦਿਆਲ ਹੋ ਜਾਏ। ਜਿਹੜੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਔਰ ਪ੍ਰਮਾਤਮਾ ਦੇ ਸੱਚੇ ਨਾਮ ਨਾਲ ਜੁੜਦੇ ਹਨ, ਉਹ ਕਿਵੇਂ ਸੁੱਚੇ ਹੋ ਗਏ? ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਸੂਚੈ ਇਹ ਨਾ ਆਖੀਐ ਬਹਿਣ ਜੇ ਪਿੰਡਾ ਤੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਉਹ ਸੁੱਚੇ ਨਹੀਂ ਕਿਹਾ ਜਾ ਸਕਦਾ ਜਿਹੜੇ ਇਸ਼ਨਾਨ ਕਰਕੇ ਹੀ ਆਪਣੇ ਆਪ ਨੂੰ ਸੁੱਚਾ ਸਮਝਦੇ ਹਨ। ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਅਸਲ ਸੁੱਚੇ ਉਹ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ, ਪ੍ਰਮਾਤਮਾ ਦੇ ਸੱਚ ਨੂੰ, ਪ੍ਰਮਾਤਮਾ ਦੀ ਦਇਆ ਰੂਪੀ ਦਾਤ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨਾਲ ਜੁੜ ਗਏ ਤੇ ਦੂਜਿਆਂ ਦੀ ਸਹਾਇਤਾ ਵਿੱਚ ਲੱਗ ਗਏ।
ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਕਰਕੇ ਇਹ ਜੇ ਤੇਰਾ ਮਾਘ ਦਾ ਮਹੀਨਾ ਹੈ, ਜੇ ਤੂੰ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਉਸ ਵਿੱਚ ਇਸ਼ਨਾਨ ਕਰ ਲਵੇਂ, ਮਨ ਦਾ ਇਸ਼ਨਾਨ ਕਰਵੇਂ, ਗੁਰਬਾਣੀ ਦੇ ਅਰ ਸ਼ਬਦਾਂ ਨੂੰ ਸਮਝ ਕੇ ਉਹਦੇ ਵਿੱਚ ਇਸ਼ਨਾਨ ਕਰ ਲਵੇਂ, ਤਾਂ ਤੇਰਾ ਇਹ ਮਾਘ ਦਾ ਮਹੀਨਾ ਤੇਰਾ ਸੁੱਚਮ ਵਾਲਾ ਹੋਵੇਗਾ। ਸੋ ਗੁਰੂ ਪਿਆਰੋ, ਇਹ ਸੀ ਜੋ ਸਤਿਗੁਰਾਂ ਨੇ ਸਾਨੂੰ ਮਾਘ ਦੇ ਮਹੀਨੇ ਵਿੱਚ ਬਚਨ ਸਮਝਾਉਣੇ ਕੀਤੇ, ਜਿਨ੍ਹਾਂ ਦੀ ਆਪਾਂ ਰਲ ਮਿਲ ਕੇ ਕੁਝ ਕੁ ਸਮਾਂ ਵਿਚਾਰਾਂ ਦੀ ਸਾਂਝ ਪਾਈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਜੋ ਹੁੰਦੀ ਬਖਸ਼ ਲੈਣਾ। ਅੱਗੇ ਬਾਤ ਤੇ ਸਤਿਗੁਰੂ ਸਮਤ ਬਖਸ਼ਣ, ਸਤਿਗੁਰੂ ਕਿਰਪਾ ਕਰਨਾ। ਮਾਘ ਦਾ ਮਹੀਨਾ ਸਰਬੱਤ ਸੰਗਤਾਂ ਵਾਸਤੇ ਖੁਸ਼ੀਆਂ ਵਾਲਾ ਹੋਵੇ, ਸੁੱਖ ਸ਼ਾਂਤੀ ਵਾਲਾ ਹੋਵੇ, ਸਤਿਗੁਰੂ ਸੁੱਖ ਆਨੰਦਾਂ ਦੇ ਨਾਲ ਬਤੀਤ ਕਰਾਉਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।